biggest South Asian media group, Y Media. ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਆ ਕਿ ਕੈਨੇਡਾ ਦੇ ਵਿੱਚ ਜਿਹੜੀ ਇੱਕ ਮੋਸ਼ਨ ਲੈ ਕੇ ਆਏ ਸੀਗੇ ਐਨਡੀਪੀ ਦੁਆਰਾ ਇਹ ਮੋਸ਼ਨ ਲਿਆਂਦਾ ਗਿਆ ਸੀ ਕੈਨੇਡਾ ਦੇ, ਜਿਹਦੇ ਵਿੱਚ ਕਿ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਪੈਲੇਸਟਾਈਨ ਨੂੰ ਇੱਕ ਵੱਖਰੀ ਸਟੇਟ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ ਜਾਏ। 2 ਸਟੇਟ ਸੋਲੂਸ਼ਨ ਦੀ ਗੱਲ ਉਹਨਾਂ ਨੇ ਇਸ ਮੋਸ਼ਨ ਦੇ ਵਿੱਚ ਕੀਤੀ ਸੀ। ਇਹਦੇ ਨਾਲ ਜਿਹੜੀ ਸਵਾਲ ਖੜੇ ਹੋ ਗਏ ਸੀਗੇ ਕਿ ਐਨਡੀਪੀ ਨੇ ਤਾਂ ਆਪਣਾ ਮੋਸ਼ਨ ਪੇਸ਼ ਕਰ ਦਿੱਤਾ, ਕੰਜ਼ਰਵੇਟਿਵ ਪਾਰਟੀ ਇਹਨੂੰ ਲਗਾਤਾਰ ਅਪੋਜ਼ ਕਰ ਰਹੀ ਸੀਗੀ, ਲੇਕਿਨ ਲਿਬਰਲ ਪਾਰਟੀ ਜਿੱਦਾਂ ਕਿ ਅਸੀਂ ਕੱਲ ਸਵੇਰੇ ਵੀ ਤੁਹਾਨੂੰ ਦੱਸਿਆ ਸੀ, ਲਿਬਰਲ ਪਾਰਟੀ ਲਈ ਇਹਦੇ ਨਾਲ ਮੁਸ਼ਕਲਾਂ ਜਿਹੜੀਆਂ ਨੇ ਉਹ ਖੜੀਆਂ ਹੋ ਗਈਆਂ ਕਿ ਆਖਿਰਕਾਰ ਲਿਬਰਲ ਪਾਰਟੀ ਜਿਹੜੀ ਹੈ ਉਸ ਬਾਰੇ ਕੀ ਫੈਸਲਾ ਸੁਣਾਏ। ਹੁਣ ਇੱਥੇ ਅਸੀਂ ਗੱਲ ਕਰਦੇ ਹੈਗੇ ਆ ਕਿ ਲਿਬਰਲ ਪਾਰਟੀ ਲਈ ਇਸ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਕਿਉਂਕਿ ਲਿਬਰਲ ਪਾਰਟੀ ਦੇ ਜਿਹੜੇ ਕੁਝ ਐਮਪੀ ਸੀਗੇ ਉਹ ਇਹਦੇ ਹੱਕ ਦੇ ਵਿੱਚ ਸੀਗੇ ਔਰ ਕੁਝ ਐਮਪੀ ਜਿਹੜੇ ਸੀਗੇ ਉਹ ਇਹਦੇ ਖਿਲਾਫ ਸੀਗੇ। ਫਿਰ ਇਸ ਮਾਮਲੇ ਦੇ ਵਿੱਚ ਅਸੀਂ ਦੱਸ ਦਈਏ ਕਿ ਆਖਿਰਕਾਰ ਸੋਲੂਸ਼ਨ ਜਿਹੜਾ ਉਹ ਕਿੱਦਾਂ ਨਿਕਲਿਆ। ਸੋਲੂਸ਼ਨ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਇਹ ਕੱਢਿਆ ਗਿਆ ਕਿ ਜਿਹੜਾ ਐਨਡੀਪੀ ਦਾ ਮੋਸ਼ਨ ਸੀਗਾ ਕਿ ਜਿਹਨੂੰ ਉਹ ਪੈਲੇਸਟਾਈਨ ਨੂੰ ਰੈਕਗਨਾਈਜ਼ ਕਰਨ ਦੀ ਗੱਲ ਕਰ ਰਹੇ ਸੀ, ਉਹਨੂੰ ਥੋੜਾ ਜਿਹਾ ਟੋਨ ਡਾਊਨ ਕਰ ਲਿਆ ਗਿਆ। ਹੁਣ ਇਹਦੇ 'ਚ ਅਸੀਂ ਦੱਸ ਦਈਏ ਕਿ ਐਨਡੀਪੀ ਪਹਿਲਾਂ ਕੀ ਕਹਿ ਰਹੀ ਸੀ, ਐਨਡੀਪੀ ਕਿਉਂ ਇਹ ਚਾਹੁੰਦੀ ਸੀਗੀ ਕਿ ਜੀ ਇਹ ਪੈਲੇਸਟੀਨੀਅਨ ਸਟੇਟਹੁੱਡ ਨੂੰ ਰੈਕਗਨਾਈਜ਼ ਕੀਤਾ ਜਾਏ। ਫਿਰ ਲਿਬਰਲ ਪਾਰਟੀ ਨੇ ਇਹਨੂੰ ਥੋੜਾ ਜਿਹਾ ਚੇਂਜ, ਇਹਦੇ ਵਿੱਚ ਤਬਦੀਲੀ ਜਿਹੜੀ ਆ ਉਹ ਕਿਉਂ ਕੀਤੀ, ਔਰ ਫਿਰ ਕੰਜ਼ਰਵੇਟਿਵ ਪਾਰਟੀ ਦਾ ਇਹਦੇ ਬਾਰੇ ਕੀ ਕਹਿਣਾ ਸੀਗਾ, ਉਹ ਸਾਰੀ ਜਰਾ ਜਾਣਕਾਰੀ ਸ਼ੇਅਰ ਕਰਦੇ ਆ। ਐਨਡੀਪੀ ਦੀ ਗੱਲ ਸੁਣੋ ਪਹਿਲਾਂ। No empathy, no understanding. I just keep wanting to say to them, what if it was your child? What if it was your family that you lost thousands or hundreds of people from within your family? You know, how do you look at these innocent people and say this is Hamas's fault, and so these children, these families, these innocent civilians should pay for that? Hamas should be held accountable under the ICC, the ICJ. All of our international criminal justice frameworks should be utilized, and Hamas should be held to the highest standards. But you can't collectively punish an entire population. You know, you can't starve a population because of a terrorist organization. ਐਨਡੀਪੀ ਨੇ ਇਸ ਮੋਸ਼ਨ ਲਿਆਉਣ ਵਾਲੀ ਜਿਹੜੇ ਉਹਨਾਂ ਦੇ ਫੋਰਨ ਕ੍ਰਿਟਿਕ ਨੇ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੋ ਹਮਾਸ ਹੈ ਉਹ ਬਿਲਕੁਲ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ, ਲੇਕਿਨ ਉਹਦੇ ਕਾਰਨ ਇੱਕ ਪੂਰੀ ਪੋਪੂਲੇਸ਼ਨ ਨੂੰ ਸਜ਼ਾ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ। ਹਮਾਸ ਨੂੰ ਕੈਨੇਡਾ ਵੀ ਕਹਿੰਦਾ ਟੈਰਰਿਸਟ ਆਰਗੇਨਾਈਜੇਸ਼ਨ ਹੈ, ਐਨਡੀਪੀ ਕਹਿੰਦੀ ਅਸੀਂ ਵੀ ਕਹਿੰਦੇ ਹਾਂ ਟੈਰਰਿਸਟ ਆਰਗੇਨਾਈਜੇਸ਼ਨ ਹੈ, ਲੇਕਿਨ ਉੱਥੇ ਜੋ ਲੋਕ ਇਸ ਵੇਲੇ ਭੁੱਖ ਦੇ ਨਾਲ ਮਰ ਰਹੇ ਨੇ, ਉਹਨਾਂ ਨੂੰ ਜੋ ਦਿੱਕਤਾਂ ਆ ਰਹੀਆਂ ਨੇ, ਉਹਦੇ ਬਾਰੇ ਸਾਨੂੰ ਸੋਲੂਸ਼ਨ ਲੱਭਣ ਦੀ ਜ਼ਰੂਰਤ ਹੈ। ਸੋ ਇਹ ਐਨਡੀਪੀ ਦੀ ਪੋਜੀਸ਼ਨ ਸੀਗੀ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਇਹਦੇ ਬਾਰੇ ਜਿਹੜੀ ਹੈ ਕੰਜ਼ਰਵੇਟਿਵ ਪਾਰਟੀ ਕੀ ਕਹਿ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦਾ ਇਹਦੇ ਬਾਰੇ ਬਿਆਨ ਜਿਹੜਾ ਉਹ ਵੱਖਰਾ ਸੀਗਾ। Of the government of Canada, this motion is not about a ceasefire. This motion is about rewarding Hamas for their massacre. This motion is a vote to reward the murder, the rape, the kidnapping of Israelis, and this motion is deeply irresponsible for this parliament. And it's hard to explain and express the complex feelings of shock and fear and anger felt by thousands across the country who are being subjected to this motion today. It would have been enough if they were shocked by the public displays of blatant anti-Semitism in our streets, driven entirely by the irresponsible rhetoric in this House. It would have been enough if they were fearful for what lies ahead in Canada. It would have been enough if they were only angry and betrayed by this government's duplicitous attempt to be all things to all people. ਇੱਥੇ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਸੀਗਾ ਕਿ ਪਹਿਲਾਂ ਹੀ ਸੜਕਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਜੂਇਸ਼ ਕਮਿਊਨਿਟੀ ਦੇ ਖਿਲਾਫ ਅਸੀਂ ਬਿਹੇਵੀਅਰ ਦੇਖ ਰਹੇ ਹਾਂ ਉਹ ਘੱਟ ਹੈ, ਔਰ ਇਸ ਵੇਲੇ ਕੈਨੇਡੀਅਨ ਸ਼ੌਕ ਨੇ ਕਿ ਐਨਡੀਪੀ ਐਸਾ ਮੋਸ਼ਨ ਲੈ ਕੇ ਆ ਗਈ ਹੈ। ਅਸੀਂ ਹਮਾਸ ਨੂੰ ਇਨਾਮ ਦੇਣ ਦੀ ਜਿਹੜੀ ਗੱਲ ਹੈ, ਵੀ ਆਰ ਟ੍ਰਾਈਂਗ ਟੂ ਰਿਵਾਰਡ ਹਮਾਸ। ਸੋ ਇਹ ਕੰਜ਼ਰਵੇਟਿਵ ਪਾਰਟੀ ਦੀ ਪੋਜੀਸ਼ਨ। ਹੁਣ ਲਿਬਰਲ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਦੀ ਪੋਜੀਸ਼ਨ ਇਹ ਸੀਗੀ ਕਿ ਪਰ ਠੀਕ ਹੈ ਅਸੀਂ ਪੈਲੇਸਟਾਈਨ ਨੂੰ ਰੈਕਗਨਾਈਜ਼ ਕਰਦੇ ਹਾਂ, ਬਟ ਇਸ ਸਮੇਂ ਆਪਣੇ G7 ਕੰਟਰੀਜ਼ ਤੋਂ ਕੈਨੇਡਾ ਇਕੱਲੇ ਅਲੱਗ ਵੱਧਦੇ ਹਾਂ ਆਪਣੀ ਪਾਰਲੀਮੈਂਟ ਦੇ ਵਿੱਚ, ਅਸੀਂ ਇਹਨੂੰ ਨਹੀਂ ਕਰ ਸਕਦੇ। ਸੋ ਵੀ ਕੈਨਟ ਬੀ ਆਊਟ ਆਫ ਸਟੈਪ ਵਿਦ ਆਵਰ ਜਿਹੜੇ ਬਾਕੀ ਦੇ ਸਾਡੇ ਕਾਊਂਟਰ ਪਾਰਟਸ ਨੇ, G7 ਦੇ ਲੀਡਰਸ ਨੇ, ਸੋ ਉਹਨਾਂ ਦੇ ਨਾਲ ਸਾਨੂੰ ਕਦਮ ਮਿਲਾ ਕੇ ਜਿਹੜਾ ਉਹ ਚੱਲਣਾ ਪਏਗਾ। ਇਹ ਮੈਲਨੀ ਜੋਲੀ ਉਹਨਾਂ ਦਾ ਕਹਿਣਾ ਸੀਗਾ। ਸੋ ਹੁਣ ਮੈਲਨੀ ਜੋਲੀ ਸਾਡੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ, ਉਹਨਾਂ ਦੇ ਬਿਆਨ ਵੀ ਸਾਂਝੇ ਕਰ ਰਹੇ ਹਾਂ। Muslim and Jewish communities are targets of physical and verbal attacks. They have been harassed on streets and online, barred from places of worship, and made to feel unsafe in their schools. This is not the promise of our country, Mr. Speaker. Our government will continue to strongly denounce and condemn all forms of discrimination and racism, which have no place in Canada. Beyond the rise of anti-Semitism and Islamophobia,
This conflict has polarized our society and is testing the strength of our social cohesion. We're entangled in a web of devastation and face pressure to pick sides, forced to believe that if we speak up for one, of course, surely we're against the other. For us, it is not that simple. Monsieur le Président, compte tenu de l'état... ਜਿੱਥੇ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ ਹੁਣਾਂ ਨੇ ਕੈਨੇਡਾ ਦੀ ਫੈਡਰਲ ਲਿਬਰਲ ਸਰਕਾਰ ਵੱਲੋਂ ਕਿਹਾ ਕਿ ਇਹ ਇੰਨਾ ਆਸਾਨ ਨਹੀਂ ਹੈ, ਜਿੱਥੇ ਅੱਜ ਅਸੀਂ ਦੇਖ ਰਹੇ ਹੈਗੇ ਹਾਂ ਕਿ ਜੂਇਸ਼ ਕਮਿਊਨਿਟੀ ਦੇ ਖਿਲਾਫ ਬਹੁਤ ਹੇਟਰਡ ਵੱਧ ਰਹੀ ਹੈ, ਉਸੇ ਤਰ੍ਹਾਂ ਇਸਲਾਮੋਫੋਬੀਆ ਜਿਹੜਾ ਉਹ ਵੀ ਇਸ ਸਮੇਂ ਵੱਧਦਾ ਨਜ਼ਰ ਆ ਰਿਹਾ। ਸੋ ਫੈਡਰਲ ਲਿਬਰਲ ਸਰਕਾਰ ਦੇ ਮੈਲਨੀ ਜੋਲੀ ਜੀ ਦੇ ਬਿਆਨ ਡਿਟੇਲ ਦੇ ਵਿੱਚ ਤੁਸੀਂ ਚੈਨਲ ਵਾਈਜ਼ ਉੱਤੇ ਦੇਖ ਸਕੋਗੇ। Biggest South Asian media group, Y Media.